ਸਾਰਾ ਪੋਸਟਮਾਰਟਮ ਦੀ ਮੰਗ ਕੀਤੀ ਗਈ ਸੀਗੀ, ਹਾਈ ਕੋਰਟ 'ਚ ਮੈਟਰ ਆਇਆ ਸੀ, ਕੀ ਬਣਿਆ? ਸਾਡੀਆਂ ਦੋਨੋਂ ਡਿਮਾਂਡਸ ਨੂੰ ਜਿਹੜਾ ਸੀ ਕੋਰਟ ਨੇ ਸੁਣਨ ਤੋਂ ਬਾਅਦ ਡਿਸਮਿਸ ਕਰ ਦਿੱਤਾ। ਜੱਜ ਸਾਹਿਬ ਕਹਿੰਦੇ ਨੇ ਵੀ ਸਾਡਾ ਜੁਰਿਸਡਿਕਸ਼ਨ ਨਹੀਂ ਹੈਗਾ, ਕਿਉਂਕਿ ਇਨਕਾਊਂਟਰ ਕਲਕੱਤਾ ਦੇ ਵਿੱਚ ਹੋਇਆ, ਸੋ ਤੁਹਾਨੂੰ ਉੱਥੇ ਡਿਮਾਂਡ ਕਰਨੀ ਚਾਹੀਦੀ ਸੀ। ਕਾਮਨ ਸੈਂਸ ਨਾਲ ਦੇਖੋ ਵੀ 2000 ਕਿਲੋਮੀਟਰ ਦੂਰ ਵਿਦਆਊਟ ਅਰੇਂਜਮੈਂਟਸ ਡੈਡ ਬੋਡੀ ਨੂੰ ਲਿਜਾਇਆ ਜਾ ਸਕਦਾ ਹੈ। ਉਹਨੇ ਪੁਲਿਸ ਦਾ ਕਹਿਣਾ ਥੋੜਾ ਖੋਟਾ ਮੰਨਣਗੇ। ਪੰਜਾਬ ਚੋਂ ਜਾ ਕੇ ਕਲਕੱਤਾ ਇਨਕਾਊਂਟਰ ਕੀਤਾ ਹੈ, ਇਸ ਗੱਲ ਨੂੰ ਹੁਣ ਵੈਸਟ ਬੰਗਾਲ ਦੀ ਪੁਲਿਸ ਵੀ ਕਹਿ ਰਹੀ ਹੈ ਵੀ ਅਸੀਂ ਕੁਝ ਨਹੀਂ ਕੀਤਾ, ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤਾ ਹੈ। ਪੁਲਿਸ ਦਾ ਡਿਫਰੈਂਟ ਰਵੱਈਆ ਹੁੰਦਾ ਹੈ। ਜਦੋਂ ਇਹਨਾਂ ਨੇ ਬੰਦੇ ਨੂੰ ਮਾਰਨਾ ਹੁੰਦਾ ਹੈ ਫਿਰ ਤਾਂ ਉਹਦੀਆਂ ਲੱਤਾਂ ਬਾਹਾਂ ਤੇ 3rd ਡਿਗਰੀ ਬਰੂਟਲ ਟਾਰਚ ਕਰਦੇ ਨੇ, ਟਾਰਚਰ ਕਰਨ ਤੋਂ ਬਾਅਦ ਇਹ ਗੋਲੀ ਮਾਰ ਦਿੰਦੇ ਨੇ। ਜਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਬੰਦਾ ਸਵੇਰੇ ਅਸੀਂ ਮੈਜਿਸਟ੍ਰੇਟ ਕੋਲੇ ਪੇਸ਼ ਕਰਨਾ ਹੈ, ਫਿਰ ਉਸ ਕਿਸਮ ਨਾਲ ਕਰਦੇ ਨੇ ਵੀ ਜਿਹੜਾ ਕੋਰਟ ਦੇ ਵਿੱਚ ਕੋਈ ਸ਼ਿਕਾਇਤ ਨਾ ਹੋਵੇ। ਇਸ ਕੇਸ ਵਿੱਚ ਇਹਨਾਂ ਨੂੰ ਪਤਾ ਸੀ ਵੀ ਜੈਪਾਲ ਭੁੱਲਰ ਨੂੰ ਤਾਂ ਆਪਾਂ ਗੋਲੀ ਮਾਰਨੀ ਹੈ, ਫਿਰ ਇਹਨਾਂ ਨੇ ਉਹਦੀਆਂ ਲੱਤਾਂ ਵੀ ਤੋੜ ਦਿੱਤੀਆਂ, ਬਾਹਾਂ ਵੀ ਤੋੜ ਦਿੱਤੀਆਂ। ਉਹ ਸਰੀਰ ਦਾ ਐਸਾ ਹਿੱਸਾ ਨਹੀਂ ਜਿਹਨੂੰ ਇਹਨਾਂ ਨੇ ਟਾਰਚਰ ਨਾ ਕੀਤਾ। ਫਿਰ ਹੁਣ ਘਰ ਦੇ ਸੰਸਕਾਰ ਕਰਨਗੇ ਜਾਂ ਨਹੀਂ ਕਰਨਗੇ? ਕ੍ਰਮੇਸ਼ਨ ਨਹੀਂ ਹੋਏਗੀ ਜਦ ਤੱਕ ਸੈਕਿੰਡ ਪੋਸਟਮਾਰਟਮ ਨਹੀਂ ਹੋਊਗਾ। ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਅੱਜ ਹਾਈ ਕੋਰਟ ਵਿੱਚ ਦਲੀਲ ਸੀ। ਘਰਦਿਆਂ ਨੇ ਮੰਗ ਕੀਤੀ ਸੀਗੀ ਕਿ ਉਹਨਾਂ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਾਇਆ ਜਾਵੇ। ਘਰਦਿਆਂ ਵੱਲੋਂ ਦੋਸ਼ ਲਾਇਆ ਗਿਆ ਸੀ ਪੰਜਾਬ ਪੁਲਿਸ ਵੱਲੋਂ, ਘਰਦਿਆਂ ਵੱਲੋਂ ਦੋਸ਼ ਲਾਇਆ ਗਿਆ ਸੀ ਪੰਜਾਬ ਪੁਲਿਸ ਦੇ ਖਿਲਾਫ ਕਿ ਜੈਪਾਲ ਨੂੰ ਫੇਕ ਇਨਕਾਊਂਟਰ 'ਚ ਮਾਰਿਆ ਗਿਆ। ਅੱਜ ਸਾਡੇ ਨਾਲ ਜੈਪਾਲ ਭੁੱਲਰ ਦੇ ਵਕੀਲ ਮੌਜੂਦ ਨੇ, ਐਡਵੋਕੇਟ ਸਿਮਰਨਜੀਤ ਸਿੰਘ। ਉਹਨਾਂ ਤੋਂ ਜਾਣਦੇ ਹਾਂ ਕੀ ਬਣਿਆ। ਸਿਮਰਨਜੀਤ ਸਿੰਘ ਜੀ, ਅੱਜ ਦੁਬਾਰਾ ਪੋਸਟਮਾਰਟਮ ਦੀ ਮੰਗ ਕੀਤੀ ਗਈ ਸੀਗੀ, ਹਾਈ ਕੋਰਟ 'ਚ ਮੈਟਰ ਆਇਆ ਸੀ, ਕੀ ਬਣਿਆ? ਅਸੀਂ ਬੜੀ ਲਿਮਟਿਡ ਪ੍ਰੇਅਰ ਕੀਤੀ ਸੀ ਹਾਈ ਕੋਰਟ ਵਿੱਚ ਕਿ ਸਾਡਾ ਸੈਕਿੰਡ ਪੋਸਟਮਾਰਟਮ ਹੋਣਾ ਚਾਹੀਦਾ ਹੈ। ਦੂਸਰੀ ਪ੍ਰੇਅਰ ਸੀ ਜਦ ਤੱਕ ਪਟੀਸ਼ਨ ਪੈਂਡਿੰਗ ਹੈਗੀ ਹੈ ਕੋਰਟਸ ਦੇ ਵਿੱਚ, ਕਿਉਂਕਿ ਗਰਮੀ ਦੇ ਕਰਕੇ ਡੈਡ ਬੋਡੀ ਦੀ ਜਿਹੜੀ ਪੋਜੀਸ਼ਨ ਹੈ ਡਿਟੀਰੀਓਰੇਟ ਹੋ ਰਹੀ ਹੈ ਡੇ ਬਾਈ ਡੇ। ਸੋ ਤੁਸੀਂ ਇਨ ਦਾ ਮੀਨ ਟਾਈਮ ਇੰਟਰਮ ਅਰੇਂਜਮੈਂਟ ਕਰ ਦਿਓ ਕਿ ਸਾਡੀ ਐਟ ਔਨ ਕਾਸਟ ਡੈਡ ਬੋਡੀ ਨੂੰ PGI ਦੇ ਵਿੱਚ ਜਿਹੜੇ ਮੈਡੀਕਲ ਸਪੈਸ਼ਲਿਸਟ ਨੇ ਉਹਨਾਂ ਦੀ ਪ੍ਰੀਜ਼ਰਵ ਕਰਨ ਲਈ ਭੇਜ ਦਿੱਤਾ ਜਾਏ। ਸੋ ਸਾਡੀਆਂ ਦੋਨੋਂ ਡਿਮਾਂਡਸ ਨੂੰ ਜਿਹੜਾ ਸੀ ਕੋਰਟ ਨੇ ਸੁਣਨ ਤੋਂ ਬਾਅਦ ਡਿਸਮਿਸ ਕਰ ਦਿੱਤਾ। ਕੋਰਟ ਦਾ ਜਿਹੜਾ ਐਂਗਲ ਸੀ ਉਹ ਕਹਿੰਦੇ ਸੀ ਕਿ ਜੱਜ ਸਾਹਿਬ ਕਹਿੰਦੇ ਨੇ ਵੀ ਸਾਡਾ ਜੁਰਿਸਡਿਕਸ਼ਨ ਨਹੀਂ ਹੈਗਾ, ਕਿਉਂਕਿ ਇਨਕਾਊਂਟਰ ਕਲਕੱਤਾ ਦੇ ਵਿੱਚ ਹੋਇਆ, ਸੋ ਤੁਹਾਨੂੰ ਉੱਥੇ ਡਿਮਾਂਡ ਕਰਨੀ ਚਾਹੀਦੀ ਸੀ। ਸਰਕਾਰੀ ਵਕੀਲ ਵੱਲੋਂ ਕੀ ਪੱਖ ਰੱਖਿਆ? ਨਹੀਂ ਜੀ, ਪਹਿਲੇ ਤਾਂ ਮੈਂ ਤੁਹਾਨੂੰ ਬਰੀਫ ਕਰਦਾ ਸੀ ਜੱਜ ਸਾਹਿਬ ਦਾ, ਫਿਰ ਜੱਜ ਸਾਹਿਬ ਨੂੰ ਸਾਰੇ ਜਿਹੜੇ ਸਰਕਮਸਟੈਂਸਸ ਸੀ ਉਹ ਬਰੀਫ ਕੀਤੇ ਕਿ 9 ਤਰੀਕ ਨੂੰ ਇਨਕਾਊਂਟਰ ਹੁੰਦਾ ਹੈ, 10 ਨੂੰ ਫੈਮਿਲੀ ਕਲਕੱਤਾ ਪਹੁੰਚਦੀ ਹੈ, 11 ਨੂੰ ਫੈਮਿਲੀ ਨੂੰ ਸਾਰਾ ਦਿਨ ਕਦੇ ਕਹਿੰਦੇ ਸੀ ਫਲਾਣੇ ਥਾਣੇ 'ਚ ਚਲੇ ਜਾਓ, ਫਲਾਣੀ ਜਗ੍ਹਾ ਬੈਠ ਜਾਓ, ਅਸੀਂ ਹੁਣ ਤੁਹਾਨੂੰ ਡੈਡ ਬੋਡੀ ਦਿਖਾਉਂਦੇ ਹਾਂ, ਘੜੀ ਕੁ ਨੂੰ ਦਿਖਾਉਂਦੇ ਹਾਂ। 12 ਤਰੀਕ ਨੂੰ ਸਵੇਰੇ ਕਹਿੰਦੇ ਨੇ ਵੀ ਤੁਹਾਡਾ ਬੱਚੇ ਦਾ ਪੋਸਟਮਾਰਟਮ ਹੋ ਗਿਆ ਹੈ, 17,000 ਰੁਪਈਆ ਜਮ੍ਹਾਂ ਕਰਾ ਦਿਓ। ਫਿਰ ਇਹਨਾਂ ਨੇ ਕਿਹਾ ਹੈ ਕਿ ਤੁਹਾਡੇ ਬੱਚੇ ਨੂੰ ਇਕੱਲਾ ਇਨਕਾਊਂਟਰ 'ਚ ਦੀ ਮੌਤ ਹੋਈ ਹੈ, ਇੱਥੇ ਗਨ ਸ਼ਾਟ ਇੰਜਰੀਜ਼ ਹੈ, ਮਤਲਬ ਉਹ ਫਾਇਰ ਆਰਮਸ ਨਾਲੇ ਮੌਤ ਹੋਈ ਹੈ, ਹੋਰ ਕੁਛ ਨਹੀਂ ਹੈਗਾ। ਇਹ ਜਿਹੜੀ ਡੈਡ ਬੋਡੀ ਹੈ ਇਹਨੂੰ ਅਸੀਂ ਕੈਮੀਕਲਸ ਲਾ ਕੇ ਬੰਦ ਕਰ ਦਿੱਤਾ ਹੈ, ਕੋਵਿਡ ਹੈ, ਇਹਨੂੰ ਤੁਸੀਂ ਖੋਲ੍ਹਣਾ ਨਹੀਂ। ਇਹ ਜਿਹੜੀ ਡੈਡ ਬੋਡੀ ਹੈ ਤੁਸੀਂ ਸੰਸਕਾਰ ਦੇ ਵੇਲੇ ਖੋਲੋਗੇ। ਸੋ ਡੈਡ ਬੋਡੀ ਜਦੋਂ ਕਲਕੱਤਾ ਤੋਂ ਚੰਡੀਗੜ੍ਹ ਆਉਂਦੀ ਹੈ, ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾਂਦੀ ਹੈ, ਜਦੋਂ ਫੈਮਿਲੀ ਦੇਖਦੀ ਹੈ ਕਿ ਉਹਦੇ ਵਿੱਚ ਤਾਂ ਜਿਹੜੀਆਂ ਨੇ ਬਾਹਾਂ ਟੁੱਟੀਆਂ ਹੋਈਆਂ ਨੇ, ਸ਼ਾਰਪ ਇੰਜਰੀਜ਼ ਹੈਗੀਆਂ ਨਹੀਂ, ਹੈ ਨਾ, ਸੋ ਉਹਨਾਂ ਨੇ ਇਮੀਡੀਏਟਲੀ ਡਿਪਟੀ ਕਮਿਸ਼ਨ ਨੂੰ ਕਿਹਾ ਕਿ ਇਹ ਇਨਕਾਊਂਟਰ ਕੇਸ ਨਹੀਂ ਹੈ, ਟਾਰਚਰ ਮੈਟਰ ਹੈ, ਤੁਸੀਂ ਇਹਦਾ ਸੈਕਿੰਡ ਪੋਸਟਮਾਰਟਮ ਕਰੋ ਪਿਕਚਰ ਨੂੰ ਕਲੀਅਰ ਕਰਨ ਲਈ। ਉਹ ਜਿਹੜਾ ਸੀ SSP ਨੇ ਕਹਿਤਾ ਜੀ ਇਹ ਤਾਂ ਸਾਡਾ ਜੁਰਿਸਡਿਕਸ਼ਨ ਨਹੀਂ ਹੈਗਾ। ਉਸੇ ਗਰਾਊਂਡ 'ਤੇ ਪੁਲਿਸ ਦੇ ਕਹਿਣ 'ਤੇ ਜਿਹੜਾ ਉਹ ਸਾਡਾ ਥੱਲੇ ਵੀ ਡਿਪਟੀ ਕਮਿਸ਼ਨ ਨੇ ਡਿਸਮਿਸ ਕਰ ਦਿੱਤਾ ਹੈ। ਹੁਣ ਹਾਈ ਕੋਰਟ ਦੇ ਵਿੱਚ ਅਸੀਂ ਜੱਜ ਸਾਹਿਬ ਨੂੰ ਬਹੁਤ ਕਲੀਅਰ ਹੈ ਵੀ ਜਦੋਂ ਸੁਪਰੀਮ ਕੋਰਟ ਕਹਿੰਦੀ ਹੈ, ਜਦੋਂ ਦੇਸ਼ ਦਾ ਕੌਨਸਟੀਟਿਊਸ਼ਨ ਕਹਿੰਦਾ ਹੈ ਕਿ ਬੰਦਾ ਭਾਵੇਂ ਮਿਲੀਟੈਂਟ ਹੈਗਾ, ਭਾਵੇਂ ਉਹ ਗੈਂਗਸਟਰ ਹੈਗਾ ਅਤੇ ਭਾਵੇਂ ਉਹ ਕੋਈ ਵੀ ਹੈ, ਡੈਡ ਬੋਡੀ ਦੇ ਵੀ ਫੰਡਾਮੈਂਟਲ ਰਾਈਟ ਹੈਗੇ ਨੇ। ਸੋ ਉਹਨੂੰ ਡੀਸੈਂਟ ਢੰਗ ਨਾਲ ਜਦ ਤੱਕ ਉਹਦਾ ਸੰਸਕਾਰ ਨਹੀਂ ਹੁੰਦਾ ਉਹਨੂੰ ਪ੍ਰੀਜ਼ਰਵ ਕਰਨਾ ਤਾਂ ਉਹਦਾ ਫੰਡਾਮੈਂਟਲ ਰਾਈਟ ਹੈਗਾ ਨਾ ਜੀ। ਸੋ ਲੀਸਟ ਤੁਸੀਂ ਸਰਕਮਸਟੈਂਸਸ ਦੇਖੋ ਕਿ ਸੁਪਰੀਮ ਕੋਰਟ ਕਹਿ ਰਹੀ ਹੈ, ਅਸੀਂ ਨਹੀਂ ਕਹਿ ਰਹੇ, ਕਿ ਜਦੋਂ ਇਹ ਕੌਨਸਪੀਰੇਸੀ ਪੰਜਾਬ ਪੁਲਿਸ ਨੇ ਪੰਜਾਬ 'ਚੋਂ ਹੈਚ ਕੀਤੀ ਹੈ, ਪੰਜਾਬ 'ਚੋਂ ਜਾ ਕੇ ਕਲਕੱਤਾ ਇਨਕਾਊਂਟਰ ਕੀਤਾ ਹੈ, ਇਸ ਗੱਲ ਨੂੰ ਹੁਣ ਵੈਸਟ ਬੰਗਾਲ ਦੀ ਪੁਲਿਸ ਵੀ ਕਹਿ ਰਹੀ ਹੈ ਵੀ ਅਸੀਂ ਕੁਛ ਨਹੀਂ ਕੀਤਾ, ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤਾ ਹੈ। ਸੋ ਲੀਸਟ ਕਾਮਨ ਸੈਂਸ ਨਾਲ ਦੇਖੋ ਵੀ 2000 ਕਿਲੋਮੀਟਰ ਦੂਰ ਵਿਦਆਊਟ ਅਰੇਂਜਮੈਂਟਸ ਡੈਡ ਬੋਡੀ ਨੂੰ ਲਿਜਾਇਆ ਜਾ ਸਕਦਾ ਹੈ। ਸਾਡੀ ਤਾਂ ਡਿਮਾਂਡ ਹੀ ਬਿਲਕੁਲ ਕਲੀਅਰ ਹੈਗੀ ਹੈ ਕਿ ਇਧਰ PGI ਔਰ ਏਮਸ। ਸੋ ਸਾਨੂੰ ਕੋਈ ਉਹ ਜਿਹੜਾ ਅਨਰੀਜ਼ਨੇਬਲ ਲੱਗਿਆ ਜੱਜ ਸਾਹਿਬ ਦੀਆਂ ਜਿਹੜੀਆਂ ਫਾਈਂਡਿੰਗਸ ਨੇ, ਜਦੋਂ ਅਸੀਂ ਇਹ ਸਾਰਾ ਕੁਝ ਦੱਸ ਦਿੱਤਾ ਜੱਜ ਸਾਹਿਬ ਨੂੰ ਕਿ ਜੁਰਿਸਡਿਕਸ਼ਨ ਵੀ ਅਸੀਂ ਪ੍ਰੂਵ ਕਰ ਦਿੱਤਾ ਹੈ, ਅਸੀਂ ਕਨਵਿੰਸਿੰਗ ਆਰਗੂਮੈਂਟਸ ਵੀ ਦਿੱਤੇ ਨੇ ਕੋਰਟ ਨੂੰ ਕਿ ਆਹ ਰੀਜ਼ਨਸ ਹੈਗਾ, ਤੁਹਾਨੂੰ ਕਰ ਦੇਣਾ ਚਾਹੀਦਾ ਹੈ। ਤੇ ਫਿਰ ਸਰਕਾਰੀ ਪੱਖ ਪੰਜਾਬ ਪੁਲਿਸ ਵੱਲੋਂ ਕੀ ਕਿਹਾ ਇਸ ਮਾਮਲੇ ਉੱਤੇ?
ਪੰਜਾਬ ਪੁਲਿਸ ਤਾਂ ਇਹ ਕਹਿੰਦੀ ਹੈ ਕਿ ਪੋਸਟਮਾਰਟਮ ਕੈਲਕਟਾ ਹੋਇਆ ਹੈ ਤੇ ਇਹ ਜੁਰਿਸਡਿਕਸ਼ਨ ਨਹੀਂ ਹੈਗਾ। ਹੁਣ ਇਹ ਪੁਲਿਸ ਦਾ ਕਹਿਣਾ ਥੋੜਾ ਕੋਟਾ ਮੰਨਣੀ ਹੈ। ਦੇਖੋ ਅਸੀਂ ਤਾਂ ਪਹਿਲੇ ਵੀ ਕੋਰਟ 'ਚ ਇੱਕ ਰਿਟ ਚੈਲੰਜ ਕੀਤੀ ਸੀ ਵੀ ਇੱਥੇ ਉਹ ਡੀਜੀਪੀ ਤੁਸੀਂ ਲਾਇਆ ਸੀ ਜਿਹਦੇ 'ਤੇ CBI ਦੇ 2 ਮੁਕੱਦਮੇ ਦਰਜ ਨੇ, 7 ਉਹਨੇ ਕਤਲ ਕੀਤੇ ਨੇ। ਤੁਸੀਂ ਉਹ SSP ਇੱਕ ਅਪਾਇੰਟ ਕੀਤਾ ਸੀ ਜਿਹਨੂੰ CBI ਨੇ ਕਨਵਿਕਟ ਕੀਤਾ। ਉਹ ਬੰਦਾ ਸਾਲ 1.5 ਸਾਲ SSP ਵੀ ਰਹਿ ਗਿਆ, ਪ੍ਰਮੋਸ਼ਨਾਂ ਵੀ ਲੈ ਗਿਆ। ਅੱਜ ਵੀ 2000 ਤੋਂ ਵੱਧ ਪੁਲਿਸ ਮੁਲਾਜ਼ਮ ਹੈ ਜਿਹੜਾ ਕ੍ਰਿਮੀਨਲ ਹੈ ਜਿਨ੍ਹਾਂ ਨੂੰ ਕੋਰਟਸ ਨੇ ਕਨਵਿਕਟ ਕੀਤਾ ਹੋਇਆ। ਤੇ ਇਹ ਜਿਹੜੇ ਮਰਡਰਰ ਪੁਲਿਸ ਅਫਸਰਸ ਨੇ, ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਜੇ ਹਾਈ ਕੋਰਟ ਦੇ ਜੱਜ ਵੀ ਇਹਨਾਂ ਨੂੰ ਰਿਲਾਈ ਕਰਨਗੇ ਤਾਂ ਫਿਰ ਲੋਕ ਕਿੱਥੇ ਜਾਣਗੇ ਜੀ। ਇਹ ਵਕੀਲ ਸਾਹਿਬ ਹੁਣ ਅਗਲਾ ਸਟੈਪ ਥੋੜੀ ਘਰਦਿਆਂ ਨਾਲ ਗੱਲ ਹੋਈ, ਉਹਨਾਂ ਨੂੰ ਤੁਸੀਂ ਫੈਸਲਾ ਦੱਸਿਆ ਹੋਊਗਾ। ਉਹ ਤਾਂ ਅੜੀ ਹੋਏ ਸੀ ਕਿ ਵੈਸੇ ਜਦੋਂ ਤੱਕ ਦੂਸਰਾ ਪੋਸਟਮਾਰਟਮ ਨਹੀਂ ਹੁੰਦਾ ਅਸੀਂ ਅਗਲਾ, ਹੁਣ ਅੱਗੇ ਕੀ ਹੈ, ਘਰ ਦੇ ਕੀ ਕਹਿ ਰਹੇ ਆ? ਇਸ ਫੈਮਿਲੀ ਦੀ ਬਹੁਤ ਲੀਗਲ ਡਿਮਾਂਡ ਹੈ ਕਿ ਅਸੀਂ ਸੈਕਿੰਡ ਪੋਸਟਮਾਰਟਮ ਚਾਹੁੰਦੇ ਹਾਂ। ਅਸੀਂ ਤਾਂ ਜੀ ਚੈਲੰਜ ਹੀ ਨਹੀਂ ਕੀਤਾ ਵੀ ਕੌਣ ਜ਼ਿੰਮੇਵਾਰ ਹੈਗਾ ਕੌਣ ਨਹੀਂ ਹੈਗਾ। ਤੇ ਸਟੇਟ ਪੰਜਾਬ ਪੁਲਿਸ ਤਾਂ ਜ਼ੋਰ ਲਾ ਰਹੀ ਹੈ। ਲੀਸਟ ਮੈਂ ਮਹਿਸੂਸ ਕਰਦਾ ਹੈ ਕਿ ਅਸੀਂ ਸਾਰੇ ਲਾਇਰਸ ਹੈਗੇ ਹੈ ਵੀ ਘੱਟੋ ਘੱਟ ਸਾਡਾ ਇੱਕ ਫਰਜ਼ ਬਣਦਾ ਹੈ ਕਿ ਆਪਾਂ ਨੂੰ ਜਿਹੜਾ ਜਸਟਿਸ ਡਿਲੀਵਰ ਕਰਨਾ ਚਾਹੀਦਾ ਹੈ। ਹੁਣ ਫਿਰ ਸੁਪਰੀਮ ਕੋਰਟ ਵੱਲ ਦਾ ਰੁਖ ਕਰੋਗੇ? ਸੁਪਰੀਮ ਕੋਰਟ ਤੇ ਜਾਵਾਂਗੇ, ਪਰ ਸਾਡੇ ਲਈ ਵੱਡਾ ਚੈਲੰਜ ਇਹ ਹੈਗਾ ਕਿ 9 ਤਰੀਕ ਦੀ ਡੈਡ ਬੋਡੀ ਵਿਦਆਊਟ ਅਰੇਂਜਮੈਂਟਸ ਪ੍ਰੋਪਰ ਮੈਡੀਕਲ ਟ੍ਰੀਟਮੈਂਟ ਰੁਲ ਰਹੀ ਹੈ। ਜੇ ਸਾਨੂੰ ਸੁਪਰੀਮ ਕੋਰਟ ਵੀ, ਜਿਵੇਂ ਤੁਸੀਂ ਵੇਖਦੇ ਹੋ ਕੇਸ, ਤਾਂ ਸੁਪਰੀਮ ਕੋਰਟ ਵੀ ਇਮੀਡੀਏਟ ਟੇਕਅਪ ਨਹੀਂ ਕਰਦੇ। ਜੇ 10-15 ਦਿਨ ਲੱਗ ਜਾਂਦੇ ਨੇ ਤੇ ਡੈਡ ਬੋਡੀ ਤਾਂ ਗਲ ਜੂਗੀ। ਸੋ ਇਹ ਜਿਹੜੀ ਹਾਈ ਕੋਰਟ ਹੈ, ਹਾਈ ਕੋਰਟ ਦੇ ਜੱਜਸ ਦਾ ਫਰਜ਼ ਬਣਦਾ ਸੀ ਇਹ ਗ੍ਰੈਵਿਟੀ ਸਿਚੁਏਸ਼ਨ ਨੂੰ ਦੇਖਣਾ ਹੈ। ਲੀਸਟ ਤੁਹਾਡਾ ਜੁਰਿਸਡਿਕਸ਼ਨ ਤਾਂ ਨਹੀਂ ਹੈਗਾ, ਪਰ ਮੈਂ ਮਹਿਸੂਸ ਕਰਦਾ ਕਿ ਤੁਹਾਡਾ ਇਹ ਫਰਜ਼ ਤਾਂ ਹੈਗਾ ਨਾ ਕਿ ਡੈਡ ਬੋਡੀ ਨੂੰ ਗਲਣ ਤੋਂ ਬਚਾਉਣਾ ਤੇ ਜੱਜਸ ਦਾ ਫਰਜ਼ ਹੈਗਾ ਜੀ। ਤੇ ਫਿਰ ਹੁਣ ਘਰ ਦੇ ਸੰਸਕਾਰ ਕਰਨਗੇ ਜਾਂ ਨਹੀਂ ਕਰਨਗੇ? ਨਹੀਂ, ਕ੍ਰਮੇਸ਼ਨ ਨਹੀਂ ਹੋਏਗੀ ਜਦ ਤੱਕ ਸੈਕਿੰਡ ਪੋਸਟਮਾਰਟਮ ਨਹੀਂ ਹੋਊਗਾ। ਇਹ ਗੱਲ ਕਲੀਅਰ ਕੀਤੀ, ਅੱਜ ਵੀ ਗੱਲ ਹੋਈ ਹੈ ਘਰ ਦੇ ਨਾਲ? ਹਾਂ ਬਿਲਕੁਲ ਕਲੀਅਰ ਹੈ ਜੀ, ਫੈਮਿਲੀ ਕਲੀਅਰ ਹੈਗੀ ਹੈ। ਅਸੀਂ ਤਾਂ ਇਹ ਵੀ ਮਹਿਸੂਸ ਕਰਦੇ ਹਾਂ ਬੀਇੰਗ ਹਿਊਮਨ ਰਾਈਟਸ ਐਕਟਿਵਿਸਟ, ਮੈਂ ਦੱਸਿਆ ਸੀ ਜਿਹੜਾ ਟਾਰਚਰ ਹੁੰਦਾ ਹੈ ਪੁਲਿਸ ਦਾ ਡਿਫਰੈਂਟ ਰਵੱਈਆ ਹੁੰਦਾ ਹੈ। ਜਦੋਂ ਇਹਨਾਂ ਨੇ ਬੰਦੇ ਨੂੰ ਮਾਰਨਾ ਹੁੰਦਾ ਹੈ ਫਿਰ ਤਾਂ ਉਹਦੀਆਂ ਲੱਤਾਂ ਬਾਹਾਂ 'ਤੇ 3rd ਡਿਗਰੀ ਬਰੂਟਲ ਟਾਰਚ ਕਰਦੇ ਨੇ। ਟਾਰਚਰ ਕਰਨ ਤੋਂ ਬਾਅਦ ਇਹ ਗੋਲੀ ਮਾਰ ਦਿੰਦੇ ਨੇ। ਜਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਬੰਦਾ ਸਵੇਰੇ ਅਸੀਂ ਮੈਜਿਸਟ੍ਰੇਟ ਕੋਲੇ ਪੇਸ਼ ਕਰਨਾ ਹੈ, ਫਿਰ ਇਹ ਉਸ ਕਿਸਮ ਨਾਲ ਕਰਦੇ ਨੇ ਵੀ ਜਿਹੜਾ ਕੋਰਟ ਦੇ ਵਿੱਚ ਕੋਈ ਸ਼ਿਕਾਇਤ ਨਾ ਹੋਏ। ਇਸ ਕੇਸ ਵਿੱਚ ਇਹਨਾਂ ਨੂੰ ਪਤਾ ਸੀ ਵੀ ਜੈਪਾਲ ਭੁੱਲਰ ਨੂੰ ਤਾਂ ਆਪਾਂ ਗੋਲੀ ਮਾਰਨੀ ਹੈ, ਫਿਰ ਇਹਨਾਂ ਨੇ ਉਹਦੀਆਂ ਲੱਤਾਂ ਵੀ ਤੋੜ ਦਿੱਤੀਆਂ, ਬਾਹਾਂ ਵੀ ਤੋੜ ਦਿੱਤੀਆਂ। ਸਰੀਰ ਦੇ ਹਰ ਹਿੱਸੇ 'ਤੇ ਅਸੀਂ ਫੋਟੋਗ੍ਰਾਫਸ ਤੁਹਾਨੂੰ ਪਹਿਲੇ ਵੀ ਦਿੱਤੀਆਂ ਸੀ, ਵੀਡੀਓਜ਼ ਦਿੱਤੀਆਂ ਨੇ ਕਿ ਕੋਈ ਸਰੀਰ ਦਾ ਐਸਾ ਹਿੱਸਾ ਨਹੀਂ ਜਿਹਨੂੰ ਇਹਨਾਂ ਨੇ ਟਾਰਚਰ ਨਾ ਕੀਤਾ ਹੋਵੇ। ਤੇ ਵਕੀਲ ਸਾਹਿਬ ਜਿਵੇਂ ਕਿੰਨਾ ਚਿਰ ਕੁਛ ਪਤਾ ਲੱਗਿਆ ਵੀ ਕਿੰਨਾ ਚਿਰ ਪਹਿਲਾਂ ਪੁਲਿਸ ਉੱਥੇ ਗਈ ਹੈ ਜਿਹੜਾ ਦੋਸ਼ ਲਾਇਆ ਜਾ ਰਿਹਾ ਪਰਿਵਾਰ ਵੱਲੋਂ, ਜਾਂ ਤੁਸੀਂ ਵੀ ਉਹੀ ਗੱਲ ਕਹਿ ਰਹੇ ਹੋ, ਕਿੰਨਾ ਚਿਰ ਪਹਿਲਾਂ ਜੈਪਾਲ ਨੂੰ ਕਸਟਡੀ 'ਚ ਲੈ ਲਿਆ ਸੀ ਪੁਲਿਸ ਨੇ ਜੇ ਲਿਆ ਸੀਗਾ? ਇਹ ਤਾਂ ਹੁਣ ਜਦੋਂ ਕੋਈ ਫੇਅਰ ਏਜੰਸੀ ਇਨਵੈਸਟੀਗੇਟ ਕਰੂਗੀ ਫਿਰ ਹੀ ਪਤਾ ਲੱਗੇਗਾ ਕਿ ਜੈਪਾਲ। ਮੈਂ ਤਾਂ ਬਹੁਤ ਕਲੀਅਰ ਹੈਗਾ, ਮੈਂ ਪਹਿਲੇ ਵੀ ਦੱਸਿਆ ਸੀ ਵੀ ਜਿਹੜੇ ਪੰਜਾਬ ਦੇ ਬਹੁਤ ਸਿਆਸੀ ਲੀਡਰ ਨੇ, ਜਿਹੜੇ ਪੁਲਿਸ ਅਫਸਰਸ ਨੇ, ਉਹ ਇਹਨਾਂ ਗੱਲਾਂ ਦੇ ਪਿੱਛੇ ਇਨਵੋਲਵ ਹੈਗੇ ਨੇ। ਪਹਿਲੇ ਤੇ ਮਿਲੀਟੈਂਸੀ ਦੇ ਵਿੱਚ ਲੋਕਾਂ ਨੂੰ ਫੜ ਲੈਂਦੇ ਸੀ ਤੇ ਫਿਰ ਕਹਿੰਦੇ ਸੀ ਵੀ ਦਿਓ 5 ਲੱਖ, ਦਿਓ 10 ਲੱਖ, ਤੁਹਾਡਾ ਮੁੰਡਾ ਫਿਰ ਛੱਡਾਂਗੇ। ਉਸੇ ਟਰੈਕ ਤੇ ਪੰਜਾਬ ਪੁਲਿਸ ਫਿਰ ਮੁੜ ਪਈ ਹੈ। ਹੁਣ ਮੁੰਡਿਆਂ ਨੂੰ ਗੈਂਗਸਟਰ ਕਹਿ ਕੇ ਫੜ ਲੈਂਦੇ ਨੇ। ਹੁਣ ਅਸੀਂ ਮਹਿਸੂਸ ਕਰਦੇ ਹਾਂ ਵੀ ਜੈਪਾਲ ਭੁੱਲਰ ਨੂੰ ਅਗਰ ਲਾਈਵ ਫੜ ਲੈਂਦੇ ਤੇ ਬੜੇ ਮੁੰਡੇ ਸੀ ਜਿਹਨਾਂ ਨੇ ਵਾਪਸੀ ਆ ਜਾਣਾ ਸੀ। ਇਸ ਤੋਂ ਬਾਅਦ ਕਾਫੀ ਇੱਕ ਤਾਂ ਪੁਲਿਸ ਦੀ ਐਕਸਪਲੋਇਟੇਸ਼ਨ ਸ਼ੁਰੂ ਹੋਏਗੀ। ਇਹ ਪੁਲਿਸ ਵਾਲੇ ਹੁਣ ਲੋਕਾਂ ਨੂੰ ਡਰਾਉਣਗੇ ਕਿ ਤੁਹਾਡੇ ਮੁੰਡੇ ਦਾ ਇਨਕਾਊਂਟਰ ਹੋ ਜੂ, ਨਹੀਂ ਤੇ ਇੰਨੇ ਪੈਸੇ ਦਿਓ ਤਾਂ ਫਿਰ ਅਸੀਂ ਕਰਾਂਗੇ। ਇਹ ਫੈਕਟ ਹੈਗਾ ਜੀ। ਤੇ ਵਕੀਲ ਸਾਹਿਬ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੇ ਐਡਵੋਕੇਟ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਹਾਈ ਕੋਰਟ 'ਚ ਅੱਜ ਜੈਪਾਲ ਭੁੱਲਰ, ਗੈਂਗਸਟਰ ਜੈਪਾਲ ਭੁੱਲਰ ਦੀ ਜਿਹੜੀ ਦੁਬਾਰਾ ਪੋਸਟਮਾਰਟਮ ਦੀ ਘਰਦਿਆਂ ਦੀ ਮੰਗ ਸੀਗੀ ਉਹ ਡਿਸਮਿਸ ਕਰ ਦਿੱਤੀ ਗਈ ਹੈ। ਤੇ ਹਜੇ ਵੀ ਪਰ ਜਿਹੜੇ ਗੈਂਗਸਟਰ ਜੈਪਾਲ ਭੁੱਲਰ ਦੇ ਘਰ ਦੇ ਨੇ ਉਹ ਇਸ ਗੱਲ 'ਤੇ ਅੜੇ ਹੋਏ ਨੇ ਕਿ ਦੁਬਾਰਾ ਪੋਸਟਮਾਰਟਮ ਉਹ ਕਰਾਉਣਗੇ ਤੇ ਸੁਪਰੀਮ ਕੋਰਟ ਦਾ ਵੀ ਰੁਖ ਕਰ ਸਕਦੇ ਨੇ। ਇਹ ਵੱਡੀ ਗੱਲ ਹੈ ਕਿ ਹਾਈ ਪਰਿਵਾਰ ਅੱਗੇ ਵੀ ਲੜਾਈ ਲੜੂਗਾ ਤੇ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ। ਚੰਡੀਗੜ੍ਹ ਤੋਂ ਕੈਮਰਾਮੈਨ ਕਮਲ ਦੇ ਨਾਲ ਮੈਂ ਸ਼ੁਭਕਰਮਨ ਧਾਲੀਵਾਲ।